ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅੰਤ ਕਾਲ ਜੋ ਲਸਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਸਰਪ ਜੋਨ ਵਲ ਵਲ ਅਵਤਰੇ, ਅੰਤ ਕਾਰੀ ਬਾਈ। ਗੋਬਿੰਦ ਨਾਮ ਮਤ ਵਿਸਰੇ ਰਹਾਉ, ਅੰਤ ਕਾਲ ਜੋ ਇਸਤਰੀ ਸਿਮਰੇ। ਐਸੀ ਚਿੰਤਾ ਮੈਂ ਜੇ ਮਰਹਿ, ਵੇਸਵਾ ਜੋਨ ਵਲ ਵਲ ਅਵਤਰੇ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰਹਿ। ਸੂਕਰ ਜੋਨ ਵਲ ਵਲ ਅਵਤਰੇ, ਅੰਤ ਕਾਲ ਜੋ ਮੰਦਰ ਸਿਮਰੇ। ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਵਲ ਵਲ ਅਵਤਰੇ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਬਦਤ ਲੋਚਨ ਤੇ ਨਰ ਮੁਕਦਾ, ਪੀਤੰਬਰ ਵਾਂਕੇ ਹਿਰਦੇ ਵਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਹੜੀ ਚੱਲ ਰਹੀ ਸਾਡੀ ਕਥਾ ਹੈ, 15ਵੀਂ ਪੌੜੀ ਦੀ, ਮੰਨੇ ਪਾਵੇ ਮੋਖ ਦਵਾਰ। ਮੇਰੀ ਤਾਂ ਇੱਛਾ ਹੈ ਵੀ ਕੱਲ੍ਹ ਉਹਦੀ ਸਮਾਪਤੀ ਕਰ ਦਿੱਤੀ ਹੀ, ਪਰ ਗੁਰੂ ਕੇ ਬਚਨ ਬਾਣੀ ਵਿੱਚੋਂ ਬਚਨ ਚੇਤੇ ਆ ਗਏ ਆ। ਉਹ ਆਪ ਜੀ ਦੇ ਨਾਲ ਸਾਂਝੇ ਕਰਨ ਲੱਗਾ ਇਹ ਦਾਸ, ਕਿ ਕੱਲ੍ਹ ਆਪਾਂ ਕੀਤਾ ਸੀ ਕਿ ਅਖੀਰ ਸਮੇਂ ਬੰਦੇ ਨੂੰ ਸਵਰਗ ਕਿਵੇਂ ਮਿਲਦਾ ਹੈ, ਬਹਿਸ਼ਤਾਂ ਕਿਵੇਂ ਮਿਲਦੀਆਂ ਨੇ, ਹੂਰਾਂ ਕਿਵੇਂ ਮਿਲਦੀਆਂ ਨੇ। ਕਿਉਂਕਿ ਜਪਜੀ ਸਾਹਿਬ ਜਿਹੜਾ ਇਹ ਬੜੀ ਵਿਸ਼ਾਲ ਬਾਣੀ ਆ। ਅਤੇ ਆਓ ਅੱਜ ਆਪਾਂ ਭਗਤ ਤਰਲੋਚਨ ਜੀ ਦਾ ਇੱਕ ਸ਼ਬਦ ਲਿਆ ਵਾ ਵੀ ਬੰਦਾ ਮਰ ਕੇ ਕਿੱਧਰ ਨੂੰ ਤੁਰ ਜਾਂਦਾ ਹੈ। ਮੰਨੇ ਪਾਵੇ ਮੋਖ ਦਵਾਰ। ਇੱਕ ਤੇ ਉਹ ਵਾ ਜਿਹਦਾ ਮਨ ਰੱਬ ਦੇ ਨਾਮ ਨਾਲ ਮਨ ਜੁੜ ਗਿਆ, ਜਿਹਨੇ ਨਾਮ ਨੂੰ ਮੰਨ ਲਿਆ। ਦੁਨੀਆ 'ਤੇ ਬਹੁਤ ਲੋਕ ਨੇ ਜਿਹੜੇ ਰੱਬ ਦੇ ਨਾਮ ਨੂੰ ਛੱਡ ਕੇ, ਰੱਬ ਨੂੰ ਛੱਡ ਕੇ, ਜਿੱਦਾਂ ਸਾਡੀ ਕੌਮ ਹੀ ਆ, ਇਹ ਹੁਣ ਮੜੀਆਂ ਮਸਾਣਾ ਕਬਰਾਂ 'ਤੇ ਜਾ ਕੇ ਬਹਿ ਗਈ ਆ, ਅਤੇ ਮੇਲੇ ਵੱਡੇ ਪੱਧਰ 'ਤੇ ਮਨਾਉਂਦੇ ਨੇ। ਵੀਰਵਾਰ ਸਾਰੇ ਸਿੱਖ ਦੀਵੇ ਜਗਾਉਣ ਜਾਂਦੇ ਨੇ। ਵੀਰਵਾਰ ਸਿੱਖ ਬੜੀ ਵੱਡੀ ਪੱਧਰ 'ਤੇ ਕਬਰਾਂ 'ਤੇ ਦੀਵੇ ਤੇਲ ਪਾਉਣ ਜਾਂਦੇ ਨੇ। ਭਾਈ ਗੁਰਦਾਸ ਜੀ ਹੁਣ ਗੁਰਸਿੱਖ ਹੋਏ ਆਣ ਦੇਵ ਸੇਵ, ਟੇਵ ਗਏ ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਜੀ। ਸਿੱਖ ਕੌਮ ਕਾਫੀ ਗਿਆਨ ਤੋਂ ਹੀਣੀ ਹੋ ਚੁੱਕੀ ਆ। ਬਾਹਰੋਂ ਅਸੀਂ ਸਿੱਖ ਸਦਾ ਰਹੇ ਹਾਂ, ਅਤੇ ਅੰਦਰੋਂ ਕਬਰਾਂ ਦੇ ਉਪਾਸ਼ਕਾਂ ਕਬਰਾਂ 'ਤੇ ਬੈਠੇ ਹੋਏ ਹਾਂ। ਪਰਮੇਸ਼ਰ ਦਾ ਨਾਮ ਛੱਡ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਿਸੇ ਪਜਾਈ ਸਿਲਾ ਸੁਨ ਕੋਈ ਗੋਰੀ ਮੜੀ ਪਜਾਵੇ, ਆਪੋ ਤਾਪੀ ਹੋਏ ਕੇ ਨਿਆਰੇ ਨਿਆਰੇ ਪੰਥ ਚਲਾਏ।
ਪਰ ਵਿਣ ਗੁਰ ਪੂਰੇ ਪਾਰ ਨਾ ਪਾਵੇ। ਕੁਝ ਹੀ ਲੋਕ ਨੇ ਧਰਤੀ 'ਤੇ ਜਿਹੜੇ ਰੱਬ ਦੇ ਨਾਮ ਨਾਲ ਜੁੜ ਜਾਂਦੇ ਨੇ ਅਤੇ ਪਾਰ ਉਤਰ ਜਾਂਦੇ ਨੇ ਅਤੇ ਮੰਨੇ ਪਾਵੇ ਮੋਖ ਦੁਆਰ ਵਾਲੀ ਅਵਸਥਾ ਹੋ ਜਾਂਦੀ ਆ। ਅਤੇ ਬਾਕੀ ਜਿਹੜੇ ਇੱਧਰ ਉੱਧਰ ਰੱਬ ਦੇ ਨਾਮ ਨੂੰ ਛੱਡ ਕੇ ਅਲਪਤ ਸ਼ਕਤੀਆਂ ਦੇ ਪਿੱਛੇ ਫਿਰਦੇ ਨੇ, ਦੇਵੀ ਦੇਵਤਿਆਂ ਦੇ ਪਿੱਛੇ ਫਿਰਦੇ ਨੇ। ਬੜਾ ਕੁਝ ਆ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਬਚਨ ਕੀਤਾ ਕਿ ਕਬੀਰ ਹਰਿ ਕਾ ਸਿਮਰਨ ਛੱਡ ਕੇ, ਜਿਹੜੇ ਰੱਬ ਦੀ ਯਾਦ ਛੱਡ ਦਿੰਦੇ ਨੇ। ਗੁਰਬਾਣੀ 'ਚ ਬੜਾ ਜ਼ੋਰ ਦਿੱਤਾ ਗਿਆ ਸਿਮਰਨ ਦੇ ਉੱਤੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਪਰ ਕਬੀਰ ਸਾਹਿਬ ਕਹਿੰਦੇ ਜਿਹੜੇ ਸਾਧੂ ਦੀ ਸੰਗਤ ਛੱਡ ਕੇ, ਨਾਮ ਛੱਡ ਕੇ, ਗੁਰੂ ਦਾ ਦਰ ਛੱਡ ਕੇ ਹੋਰ ਕੁਝ ਕਰਦੇ ਨੇ। ਕਬੀਰ ਹਰਿ ਕਾ ਸਿਮਰਨ ਛੱਡ ਕੇ, ਜਿਹੜੇ ਲੋਕ ਸਿਮਰਨ ਛੱਡ ਦਿੰਦੇ ਨੇ ਫਿਰ ਕਰਦੇ ਕੀ ਨੇ? ਕੋਈ ਆਪਣੇ ਜੀਵਨ ਦੀ ਮੁਕਤੀ ਵਾਸਤੇ ਨਹੀਂ ਕੁਝ ਉਪਰਾਲੇ ਕਰਦੇ। ਉਹ ਕਿਸੇ ਦੀ ਪੂਜਾ ਕਰਦੇ ਨੇ ਕਿ ਕੋਈ ਧਨ ਪਦਾਰਥ ਮਿਲ ਜੇ, ਕੋਈ ਰੋਗ ਮਿਟ ਜਾਵੇ। ਅਲਪਤ ਸ਼ਕਤੀਆਂ ਦੇ ਪਿੱਛੇ ਲੱਗ ਕੇ ਰੱਬ ਨੂੰ ਛੱਡ ਦਿੰਦੇ ਨੇ। ਕਬੀਰ ਸਾਹਿਬ ਕਹਿੰਦੇ ਕਬੀਰ ਹਰਿ ਕਾ ਸਿਮਰਨ ਛੱਡ ਕੇ ਕੀ ਕੀਤਾ? ਸਿਮਰਨ ਛੱਡ ਕੇ ਆਹੋਈ ਰਾਖੇ ਨਾਰ। ਆਹੋਈ ਇੱਕ ਦੇਵੀ ਆ, ਇਹਦੀ ਕੰਨਿਆ, ਇਹਨੂੰ ਕੁਆਰੀ ਮੰਨਿਆ ਜਾਂਦਾ ਹੈ। ਆਹੋਈ ਨਾ ਜਿਹੜੀ ਦੇਵੀ ਆ, ਇਹਦੀਆਂ ਕੰਨਿਆਂ ਜਿਹੜੀਆਂ ਕੁਆਰੀਆਂ ਬੱਚੀਆਂ ਨੇ ਉਹ ਇਹਦੀ ਪੂਜਾ ਕਰਦੀਆਂ ਨੇ। ਜਾਂ ਹੋਰ ਵੀ ਵਿਆਹੀਆਂ ਵੀ ਕਰਦੀਆਂ ਹੋਣਗੀਆਂ। ਆਹੋਈ ਰਾਖੇ ਨਾਰ, ਨਾਰ ਮੈਨੇ ਇਸਤਰੀ। ਆਹੋਈ ਰਾਖੇ ਵਰਤ ਰੱਖਦੀਆਂ ਨੇ ਸੀਤਲਾ ਦੇਵੀ ਦਾ। ਫਲ ਕੀ ਮਿਲਣਾ ਹੈ? ਮੁਕਤੀ ਮਿਲਣੀ ਆ। ਕਬੀਰ ਸਿੰਘ ਨੇ ਮੁਕਤੀ ਦਾ ਤੇ ਤੁਸੀਂ ਨਾਂ ਹੀ ਨਾ ਲਓ, ਤੇ ਫਿਰ ਕੀ ਮਿਲਣਾ ਹੈ? ਤੁਸੀਂ ਵਰਤ ਰੱਖਿਆ ਹੈ, ਕਿਸੇ ਦੇਵੀ ਦੇਵਤੇ ਨੂੰ ਪ੍ਰਸੰਨ ਕਰਨ 'ਤੇ ਲੱਗੇ ਹੋਏ ਜੇ। ਹਾਲਾਂਕਿ ਕਿਸੇ ਦੇਵੀ ਦੇਵਤੇ ਦੀ ਕਬੀਰ ਨੇ ਕੋਈ ਮਾੜਾ ਨਹੀਂ ਉਹਨਾਂ ਨੂੰ ਕਿਹਾ, ਉਹ ਵੀ ਰੱਬ ਦੇ ਰਚੇ ਨੇ। ਸਭ ਗੁਰ ਪੀਰ ਹਮਾਰੇ। ਪਰ ਸਵਾਲ ਇਹ ਹੈ ਵੀ ਤੁਸੀਂ ਰੱਬ ਦੀ ਰਚਨਾ ਦੀ ਪੂਜਾ ਨਾ ਕਰੋ। ਹਾਂਜੀ, ਜਿਹੜੇ ਰਚੇ ਨੇ ਨਾ ਉਹਦੀ ਨਾ ਕਰੋ, ਜਿਸ ਨੇ ਰਚਿਆ ਹੈ ਉਹਦੀ ਪੂਜਾ ਕਰੋ। ਉਹਨਾਂ ਕੋਲ ਵੀ ਸ਼ਕਤੀਆਂ ਮਾੜੀਆਂ ਮੋਟ ਹੁੰਦੀਆਂ ਨੇ, ਉਹ ਵੀ ਕੋਈ ਦੇਵੀ ਦੇਵਤੇ ਹੁੰਦੇ ਨੇ, ਐਡੀ ਕੋਈ ਗੱਲ ਨਹੀਂ ਹੈ। ਉਹਦੀ ਕੋਈ ਨਿੰਦਾ ਨਹੀਂ, ਉਸ ਨੂੰ ਮਾੜਾ ਨਹੀਂ ਕਿਹਾ ਗਿਆ। ਪਰ ਕਬੀਰ ਸਾਹਿਬ ਕਹਿੰਦੇ ਮੁਕਤੀ ਨਹੀਂ ਹੈ। ਜਿੱਦਾਂ ਭਗਤ ਕਬੀਰ ਸਾਹਿਬ ਨੇ ਭਗਤ ਨਾਮਦੇਵ ਨੇ ਕਿਹਾ ਕਿ ਤੂੰ ਕਹੀਹਤੀ ਆਦ ਭਵਾਨੀ, ਤੈਨੂੰ ਮਾਤਾ ਸਭ ਦਾ ਆਦ ਮੰਨਿਆ ਹੈ, ਕਿਉਂਕਿ ਮਾਤਾ ਤੋਂ ਤਾਂ ਜਗਤ ਆਉਂਦਾ ਹੈ। ਮਾਂ ਹੀ ਨਹੀਂ ਤੇ ਪੁੱਤਰ ਕਿੱਥੋਂ ਹੈ? ਕੁਝ ਲੋਕਾਂ ਨੇ ਉਸ ਨੂੰ ਆਦਿ ਮੰਨਿਆ ਹੈ। ਤੂੰ ਕਹੀਹਤ ਹੀ ਆਦ ਭਵਾਨੀ, ਮੈਂ ਨਹੀਂ ਕਹਿੰਦਾ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਕੋ ਨੰਦਨ ਕਾ ਥੋਰੇ, ਲੋਕੀ ਕਹਿੰਦੇ ਨੇ। ਕਬੀਰ ਸਾਹਿਬ ਮੈਂ ਨਹੀਂ ਕਹਿੰਦਾ, ਲੋਕੀ ਕਹਿੰਦੇ ਨੇ। ਭਗਤ ਨਾਮਦੇਵ ਜੀ ਤੂੰ ਕਹੀਹਤ ਹੀ ਆਦ ਭਵਾਨੀ, ਤੈਨੂੰ ਲੋਕੀ ਆਦ ਮੰਨਦੇ ਨੇ, ਭਵਾਨੀ ਮੰਨਦੇ ਨੇ ਤੈਨੂੰ। ਔਰ ਜਿੱਦਾਂ ਅਸੀਂ ਵੀ ਕਹਿੰਦੇ ਪ੍ਰਥਮ ਭਗਉਤੀ, ਲੋ ਬਾਬੇ ਨਾਨਕ ਤੋਂ ਪਹਿਲਾਂ ਭਗਉਤੀ ਦੁਰਗਾ। ਤੂੰ ਕਹੀਹਤ ਹੀ ਆਦ ਭਵਾਨੀ, ਤੇ ਮੁਕਤ ਕੀ ਬਰੀਆ ਕਹਾਂ ਛੁਪਾਨੀ। ਭਗਤ ਨਾਮਦੇਵ ਜੀ ਕਹਿੰਦੀ ਤੂੰ ਭਗਤਾਂ ਨੂੰ ਪ੍ਰਸੰਨ ਕਰਦੀ ਆ, ਖੁਸ਼ ਕਰਦੀ ਆ, ਪਦਾਰਥ ਦਿੰਦੀ ਆ, ਅਤੇ ਜਦੋਂ ਭਗਤ ਤੇਰੀ ਆਰਾਧਨਾ ਕਰਨ ਵਾਲੇ ਤੇਰੇ ਕੋਲ ਮੁਕਤੀ ਮੰਗਦੇ ਨੇ ਤੂੰ ਛਿਪ ਜਾਨੀ ਆ।
ਤੂੰ ਕਹੀਹਤੀ ਆਦ ਭਵਾਨੀ ਮੁਕਤ ਕੀ ਬਰੀਆ। ਜਦੋਂ ਕੋਈ ਮੁਕਤ ਦੀ ਵਾਰੀ ਆਉਂਦੀ ਵੀ ਮੰਨੇ ਪਾਵੇ ਮੋਖ ਦਵਾਰ, ਸਾਨੂੰ ਮੁਕਤੀ ਵੀ ਚਾਹੀਦੀ ਆ। ਕਹਾਂ ਛਪਾਨੀ, ਫਿਰ ਛਿਪ ਜਾਨੀ। ਕਬੀਰ ਸਾਹਿਬ ਕਹਿੰਦੇ ਅਹੋਈ ਰਾਖੇ ਨਾਰ। ਕੋਈ ਇਸਤਰੀ ਕੋਈ ਵਰਤ ਰੱਖੇ, ਮਿਲਣਾ ਕੀ ਹੈ? ਗੱਲ ਤੇ ਮਿਲਣ ਤੇ ਆ ਨਾ, ਵੀ ਕੀ ਮਿਲਣਾ ਹੈ। ਕਿਉਂਕਿ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ ਅਰਚਨਾ ਕਰੋ, ਕੁਛ ਨਾ ਕੁਛ ਮਿਲਦਾ ਹੀ ਹੈ। ਐਸੀ ਕੋਈ ਗੱਲ ਨਹੀਂ ਹੈ ਮਿਲਦਾ ਨਹੀਂ ਹੈ। ਹਾਲਾਂਕਿ ਉੱਦਾਂ ਬਾਣੀ ਨੇ ਇਹ ਗੱਲ ਮੰਨੀ ਹੈ ਕਿ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ, ਕਿਆ ਦੇ, ਕੀ ਮੰਗਦੇ ਹੋ ਤੁਸੀਂ ਦੇਵੀ ਦੇਵਤਿਆਂ ਦੇ ਕੋਲੋਂ? ਕਿਆ ਦੇ, ਕੀ ਤੁਹਾਨੂੰ ਦੇਣਗੇ ਉਹ? ਤੇ ਅਹੋਈ ਰਾਖੇ ਨਾਰ, ਹੋਣਾ ਕੀ ਹੈ? ਹਾਲਾਂਕਿ ਕਈ ਦੇਵੀ ਦੇਵਤੇ ਵਰ ਸਰਾਫ ਆਪਣੇ ਭਗਤਾਂ ਨੂੰ ਦੇ ਦਿੰਦੇ ਨੇ, ਐਸੀ ਕੋਈ ਗੱਲ ਨਹੀਂ ਹੈ, ਮਾੜੇ ਨਹੀਂ ਆ ਉਹ। ਜਿੱਦਾਂ ਮਹਾਰਾਜ ਨੇ ਬਾਣੀ ਦਾ ਬਚਨ ਹੁੰਦਾ ਕਿ ਵੇਦ ਕਤੇ ਬਮੋਹ ਕਹੋ ਮਤ ਝੂਠੇ, ਕੋਈ ਧਰਮ ਗ੍ਰੰਥ ਮਾੜਾ ਨਹੀਂ ਹੈ, ਝੂਠਾ ਜੋ ਨਾ ਵਿਚਾਰੇ। ਜਿਹੜਾ ਇਸ ਦੀ ਵਿਚਾਰ ਨਹੀਂ ਕਰਦਾ ਝੂਠਾ ਉਹ ਵਾ, ਝੂਠੇ ਵੇਦ ਨਹੀਂ ਹੈ। ਦੇਵੀ ਦੇਵਤੇ ਮਾੜੇ ਨਹੀਂ ਹੈ, ਪਰ ਤੁਸੀਂ ਉਹਨਾਂ ਦੀ ਵਰਤੋਂ ਹੋਰ ਤਰੀਕੇ ਨਾਲ ਕਰਦੇ ਹੋ, ਇਹ ਗੱਲ ਹੈ। ਤੋ ਅਹੋਈ ਰਾਖੇ ਨਾਰ, ਮਿਲਣਾ ਕੀ ਹੈ? ਗਦੀ ਹੋਏ ਕੈ ਅਵਤਾਰ। ਲਓ, ਗਦੀ ਹੋ ਕੇ ਅਗਲਾ ਜਨਮ ਜਿਹੜਾ ਹੈ, ਕਬੀਰ ਸਾਹਿਬ ਕਹਿੰਦੇ ਉਹਦਾ ਗਦੀ ਦਾ ਹੋਣਾ, ਜਿਹੜਾ ਵਰਤ ਰੱਖਦਾ ਹੈ। ਕੱਲ੍ਹ ਰੋਜ਼ਿਆਂ ਦੇ ਉੱਤੇ ਆਪਾਂ ਗੱਲ ਕੀਤੀ ਸੀ ਕਿ 11 ਮਾਸ ਪਾਸ ਕੇ ਰਾਖੇ ਕੇ ਮੈਂ ਨਦਾਨਾ, ਕਾਜੀ ਮੈਂ ਰਮਜ਼ਾਨਾ। ਤੁਸੀਂ ਰਮਜ਼ਾਨ ਦੇ ਮਹੀਨੇ ਦੇ ਵਿੱਚ ਫਸੇ ਹੋਏ ਜੀ। ਕਬੀਰ ਸਾਹਿਬ ਕਹਿੰਦੇ ਗਦੀ ਹੋਏ ਕਿ ਅਵਤਰੇ, ਅਵਤਰਨਾ, ਜਨਮ ਲੈਣਾ, ਅਵਤਾਰ ਲੈਣਾ। ਤੇ ਉਹਨਾਂ ਦੀਆਂ ਵੀ ਗਧੀਆਂ ਦੀਆਂ ਵੀ ਕਈ ਕਿਸਮਾਂ ਨੇ। ਅੱਜ ਕੱਲ੍ਹ ਤੇ ਗਧੇ ਬੜੇ ਸਿਆਣੇ ਹੋ ਗਏ ਨੇ, ਬ੍ਰਹਮ ਗਿਆਨੀ, ਉਹ ਵੀ ਕਿਸੇ ਦਾ ਭਵਿੱਖ ਦੱਸ ਦਿੰਦੇ ਨੇ। ਇਹੋ ਜਿਹੀਆਂ ਗੱਲਾਂ ਜਦੋਂ ਕਬੀਰ ਸਾਹਿਬ ਬਨਾਰਸ ਦੇ ਵਿੱਚ ਬੈਠ ਕੇ ਕਰਦੇ ਸੀ, ਫਿਰ ਲੋਕੀ ਕੁੱਟਦੇ ਸੀ ਕਬੀਰ ਨੂੰ, ਵਿਰੋਧਤਾ ਕਰਦੇ ਸੀ ਕਬੀਰ ਦੀ। ਕਬੀਰ ਸਾਹਿਬ ਕਹਿੰਦੇ ਹੋਣਾ ਕੀ ਆ? ਗਦੀ ਹੋਏ ਕੈ ਅਵਤਰੈ। ਕਿਹੜੀ ਗਦੀ? ਭਾਰ ਸਹੇ ਮਨ ਚਾਰ। ਉਹ ਜਿੱਥੇ ਭਾਰ ਲੱਦਿਆ ਜਾਂਦਾ ਉਹ ਹੋਣਾ ਉਹਨੇ। ਹੁਣ ਇੱਕ ਆਸਥਾ ਦੇ ਨਾਲ ਕੋਈ ਵਰਤ ਰੱਖ ਕੇ ਬੈਠਾ ਹੈ, ਕੋਈ ਆਸਥਾ ਦੇ ਨਾਲ ਰੋਜ਼ੇ ਰੱਖ ਕੇ ਬੈਠਾ ਹੈ, ਅਤੇ ਕਬੀਰ ਸਾਹਿਬ ਦੋਵਾਂ ਨੂੰ ਗਾਲਾਂ ਕੱਢੀ ਜਾਣ, ਫਿਰ ਮੁਸ਼ਕਿਲ ਤਾਂ ਖੜੀ ਹੋਣੀ ਸੀ। ਨਹੀਂ, ਮਹਾਂਪੁਰਖਾਂ ਦੇ ਬਚਨਾਂ ਨੂੰ ਲੋਕੀ ਸਮਝਦੇ ਨਹੀਂ ਆ। ਮਹਾਂਪੁਰਖ ਜਿਹੜੇ ਹੁੰਦੇ ਨੇ ਉਹ ਰੱਬ ਦੇ ਨਾਮ ਨਾਲ ਜੋੜਨਾ ਚਾਹੁੰਦੇ ਨੇ, ਉਸ ਤੋਂ ਉੱਪਰ ਕੋਈ ਨਹੀਂ ਹੈ। ਕਹਿਤ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨ ਬਾਰ। ਤੁਸੀਂ ਇੰਨੀਆਂ ਛੋਟੀਆਂ ਛੋਟੀਆਂ ਅਲਪਤ ਸ਼ਕਤੀਆਂ ਦੀ ਪੂਜਾ ਕਰਕੇ ਪਦਾਰਥਾਂ ਦੀ ਆਸ ਰੱਖਦੇ ਹੋ ਨਾ, ਤੇ ਇੱਕ ਨੂੰ ਪੂਜ ਲਓ, ਉਹਦੇ ਕੋਲ ਚਾਰੇ ਪਦਾਰਥ ਮਿਲ ਜਾਂਦੇ ਨੇ। ਕਹਿ ਕਬੀਰ ਤੁਮ ਸਮਰਥ ਦਾਤੇ, ਵੱਡਾ ਦਾਤਾ ਹੈ। ਚਾਰ ਪਦਾਰਥ ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਨੇ, ਹੈ ਨਾ। ਚਾਰ ਪਦਾਰਥ ਜੇ ਕੋ ਮੰਗੈ, ਤੇ ਕਰੋ ਕੀ ਫਿਰ? ਸਾਧ ਜਨਾਂ ਕੀ ਸੇਵਾ ਲਾਗੈ। ਚਾਰ ਪਦਾਰਥ ਚਾਰੇ ਹੀ ਪਾਏ, ਗੁਰਮਤਿ ਨਾਨਕ ਹਰ ਭਜੋ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਚਾਰੇ ਮਿਲ ਜਾਣਗੇ, ਕੋਈ ਗੱਲ ਨਹੀਂ, ਤੁਸੀਂ ਭਜਨ ਕਰੋ ਰੱਬ ਦਾ। ਧਰਮ ਅਰਥ ਕਾਮ ਮੋਖ ਦੇਤੇ ਨਹੀਂ ਬਾਹਰ, ਸਮਾਂ ਨਹੀਂ ਲਾਉਂਦਾ ਉਹ,
ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਦੇਰੀ ਨਹੀਂ ਲਾਉਣੀ ਉਹਨੇ, ਜਿੱਦਣ ਉਹ ਪ੍ਰਸੰਨ ਹੋ ਗਿਆ ਉਹਨੇ ਚਾਰੇ ਦੇ ਦੇਣੇ ਨੇ। ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜੋ। ਅਤੇ ਜੇ ਉਹਨੂੰ ਛੱਡ ਕੇ ਤੁਸੀਂ ਕਿਸੇ ਵੱਖੋ ਵੱਖਰੇ ਅਲਪਤ ਸ਼ਕੀਆਂ ਦੀ ਪੂਜਾ ਕਰਕੇ ਕੋਈ ਪਦਾਰਥ ਲੈਣਾ ਚਾਹੋ, ਕਬੀਰ ਸਿੰਘ ਮੁਸ਼ਕਿਲ ਬਾਤ ਹੈ। ਮਿਲ ਵੀ ਜਾਣਗੇ, ਕੋਈ ਬਾਤ ਨਹੀਂ ਹੈ, ਪਰ ਜੀਵਨ ਮੁਕਤ ਸਚਾਵਾਂ ਚੋਲਾ ਇਹ ਨਹੀਂ ਮਿਲਣਾ। ਮੰਨੈ ਪਾਵੇ ਮੋਖ ਦੁਆਰ, ਬੰਦ ਖਲਾਸੀ ਪਾਣੇ, ਹੋਏ ਕਿਵ ਕੂੜੇ ਟੁੱਟੇ ਪਾਲ। ਜੋਰ ਨ ਸੁਰਤੀ ਛੁਟੇ ਸੰਸਾਰ, ਗੱਲ ਤਾਂ ਛੁਟਕਾਰੇ ਦੀ ਹੈ, ਉਹ ਨਹੀਂ ਆਉਣਾ। ਤੇ ਅੱਜ ਭਗਤ ਨਾਮਦੇਵ ਜੀ ਕਹਿੰਦੇ ਨੇ, ਬਚਨ ਕਰਦੇ ਨੇ, ਕਿਰੀ ਬਾਈ ਗੋਬਿੰਦ ਨਾਮ ਮਤ ਵਿਸਰੇ। ਐ ਬੰਦੇ ਤੂੰ ਉਸ ਪਰਮੇਸ਼ਰ ਦਾ ਨਾਮ ਨਾ ਭੁੱਲੀ। ਤੇ ਭੁੱਲਣਾ ਹੋਣਾ ਕੀ ਹੈ ਤੈਨੂੰ ਫਿਰ? ਰਿਬਾਈ ਗੋਬਿੰਦ ਨਾਮ ਮਤ ਵਿਸਰੈ। ਅਗਰ ਕੋਈ ਵਿਸਰ ਗਿਆ ਹੈ, ਕਬੀਰ ਹਰਿ ਕਾ ਸਿਮਰਨ ਛੱਡ ਕੇ ਪਾਲਿਓ ਕਟਕ ਕਟੰਬ। ਕੁਟੰਬ ਨੇ ਚੱਕਰਾਂ 'ਚ ਘੁੰਮੀ ਗਿਆ ਉਹ। ਹਾਂਜੀ, ਕਬੀਰ ਹਰਿ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਹਰ ਬਿਸਰਤ ਸਦਾ ਖੁਆਰੀ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਗੱਲ ਲੰਮੀ ਨਾ ਹੋ ਜਾਵੇ। ਅੰਤ ਕਾਲ ਜੋ ਇਸਤਰੀ, ਅੰਤ ਕਾਲ ਜੋ ਲక్ష్ਮੀ ਸਿਮਰੈ। ਇਹ ਬੰਦਿਆ, ਜੇ ਤੂੰ ਸਾਰੀ ਜ਼ਿੰਦਗੀ ਲక్ష్ਮੀ ਦਾ ਹੀ ਸਿਮਰਨ ਕਰਦਾ ਰਿਹੋ ਤਾਂ ਹੁਣ ਦੁਨੀਆ ਸਾਰੀ ਪੈਸੇ ਦਾ ਹੀ ਸਿਮਰਨ ਕਰ ਰਹੀ ਹੈ। ਜਿੱਥੇ ਕਿੱਥੇ ਵੇਖ ਲਓ ਪੈਸੇ ਦਾ ਹੀ ਸਿਮਰਨ ਹੋ ਰਿਹਾ, ਰੱਬ ਦਾ ਸਿਮਰਨ ਕਿੱਥੇ ਹੋ ਰਿਹਾ ਹੈ? ਜਿੱਦਾਂ ਕੋਈ ਬੰਦੇ ਦੋ ਬੈਠੇ ਸੀ ਅਤੇ ਕੀਰਤਨ ਹੁੰਦਿਆ ਅਤੇ ਪਿਛਲੇ ਪਾਸੇ ਦੋ ਬੰਦੇ ਬੈਠੇ ਪੰਡਾਲ ਦੇ। ਇੱਕ ਕਹਿੰਦਾ ਹੈ ਮਾਇਆ ਵੱਡੀ ਕਿ ਰੱਬ ਦਾ ਨਾਂ ਵੱਡਾ। ਇਹ ਕਹਿੰਦਾ ਨਹੀਂ, ਰੱਬ ਦਾ ਨਾਂ ਵੱਡਾ ਨਹੀਂ ਗਾ, ਮਾਇਆ ਵੱਡੀ ਆ। ਦੂਜਾ ਕਹਿੰਦਾ ਨਹੀਂ ਯਾਰ, ਰੱਬ ਦਾ ਨਾਂ ਵੱਡਾ ਸੁਣੀਦਾ, ਵੱਡਾ ਸੁਣੀਦਾ। ਕਹਿੰਦੇ ਨਾ, ਹੁਣੇ ਦਿਖਾ ਦੇਣਾ ਤੈਨੂੰ ਮੈਂ। ਉਹਨੇ ਪੈਸੇ ਕੱਢੇ ਜੇਬ 'ਚੋਂ ਅਤੇ ਹਾਰਮੋਨੀਅਮ 'ਤੇ ਰੱਖ ਤੇ। ਉਹ ਕੀਰਤਨ ਕਰਨ ਵਾਲੇ ਨੇ ਕੀਰਤਨ ਬੰਦ ਕਰਤਾ ਅਤੇ ਨਾਮ ਬੋਲਤਾ, ਫਲਾਣੇ ਗੁਰਮੁਖ ਪਿਆਰੇ ਇੰਨੇ ਪੈਸੇ ਦੇ ਗਏ। ਕਹਿੰਦਾ ਵੇਖਿਆ, ਪੈਸੇ ਵੇਖਦੇ ਰੱਬ ਦਾ ਨਾਂ ਛੱਡਤਾ, ਮੇਰਾ ਨਾਂ ਧਿਆਉਣ ਲੱਗ ਪਿਆ। ਮਾਇਆ ਵੱਡੀ। ਕੌਣ ਵੱਡਾ? ਮਾਇਆ ਵਡਿਆਈ। ਕਹਿਣ ਲੱਗੇ ਜੇ ਤੂੰ ਇਹਦਾ ਸਿਮਰਨ ਕਰੇਗਾ, ਅੰਤ ਕਾਲ ਜੋ ਲక్ష్ਮੀ ਸਿਮਰੇ। ਅੰਤ ਕਾਲ ਦਾ ਸਾਰੀ ਜ਼ਿੰਦਗੀ ਇਹਦਾ ਅੰਤ ਕਾਲ ਕੀ, ਜਿਹੜਾ ਬਚਪਨ 'ਚ ਸਿਮਰਨ, ਜਵਾਨੀ 'ਚ ਇਹਦਾ ਸਿਮਰਨ ਕਰਦਾ ਰਿਹਾ, ਬੁੱਢੇ ਬਾਰੇ ਰੱਬ ਦਾ ਸਿਮਰਨ ਕਿਵੇਂ ਕਰ ਲੂਗਾ? ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਜੇ ਮਰੇ ਹੋਣਾ ਕੀ ਹੈ? ਬੈਸਤ ਮਿਲਣੀ ਆ, ਸਵਰਗ ਮਿਲਣਾ ਹੈ। ਨਹੀਂ ਕਹਿੰਦੇ ਜੂਨ ਮਿਲਣੀ ਆ। ਕਿਸ ਦੀ ਜੂਨ ਮਿਲਣੀ ਆ? ਸਰਪ ਜੂਨ ਵੱਲ ਵਾਲੇ ਉਤਰੇ। ਬੈਸਤ ਨਹੀਂ ਮਿਲਣੀ, ਸਵਰਗ ਨਹੀਂ, ਸੱਪ ਦੀ ਜੂਨ ਮਿਲਣੀ ਹੈ। ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਹਿੰਦੇ ਨੇ ਸਾਰੇ ਮਹਾਂਪੁਰਖ ਕਿ ਪੈਸੇ ਨੂੰ ਨਾ ਪਿਆਰ ਕਰਨ ਵਾਲਾ ਸੱਪ ਬਣਦਾ ਹੈ। ਪਤਾ ਨਹੀਂ ਇਸ ਤਰ੍ਹਾਂ ਕਿਉਂ ਕਹਿੰਦੇ ਨੇ। ਕਿਉਂਕਿ ਸੱਪ ਦੇ ਅੰਦਰ ਜ਼ਹਿਰ ਹੁੰਦੀ ਹੈ ਅਤੇ ਮਾਇਆ ਨੂੰ ਵੀ ਜ਼ਹਿਰ ਮੰਨਿਆ ਵਾ। ਬਿਖ ਬਿਖਿਆ ਪਸਰੀ ਅੱਟ ਕੋਣੀ। ਗੱਲ ਲੰਮੀ ਨਾ ਹੋ ਜਾਏ। ਅਗਲਾ ਬਚਨ ਉਹਨਾਂ ਦਾ ਕਿ ਅੰਤ ਕਾਲ ਜੋ ਇਸਤਰੀ ਸਿਮਰੈ। ਜ਼ਿੰਦਗੀ ਸਮਾਪਤੀ 'ਤੇ ਹੋਣ ਵਾਲੀ, ਜ਼ਿੰਦਗੀ ਦੀ ਸਮਾਪਤੀ ਹੋਣ ਵਾਲੀ ਆ ਅਤੇ ਅਜੇ ਵੀ ਇਸਤਰੀ ਦੀ ਯਾਦ ਵਾ ਮਨ ਵਿੱਚ, ਅਜੇ ਵੀ ਇਸਤਰੀ ਨੂੰ ਸਿਮਰਦਾ ਹੈ, ਅਜੇ ਵੀ ਰੂਪ 'ਤੇ ਲੁਭਾਇਮਾਨ ਹੁੰਦਾ ਹੈ। ਹਾਂਜੀ, ਮੈਂ ਉਦਣ ਵੀ ਐਤਵਾਰ ਗੱਲ ਕਹੀ ਸੀ ਵੀ ਤੁਸੀਂ 60 ਸਾਲ ਤੋਂ ਬਾਅਦ ਮੌਤ ਚੇਤੇ ਨਹੀਂ ਆਉਂਦੀ। ਕਦੀ ਇਹ ਨਹੀਂ ਦਿਮਾਗ ਵਿੱਚ ਆਉਂਦਾ ਵੀ ਆ ਜੋ ਸਾਜੋ ਸਮਾਨ ਕੋਠੇ ਮੰਡ ਮਾੜੀਆਂ ਹੇਤਨ ਲਾਏ ਚਿੱਤ। ਹਾਂਜੀ, ਇਹ ਛੱਡ ਕੇ ਤੁਰ ਜਾਣਾ, ਕਦੀ ਖਿਆਲ ਨਹੀਂ ਆਉਂਦਾ।
ਤੇ ਭਗਤ ਜੀ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ। ਫਿਰ ਕੀ ਹੋਣਾ? ਵੇਸਵਾ ਜੋਨ ਵਲ ਵਲ ਔਤਰੈ। ਅਗਲਾ ਜਨਮ ਮਿਲਣਾ ਤੇ ਉਹਨੂੰ ਇਸਤਰੀ ਦਾ ਹੀ ਹੈ, ਕਿਉਂਕਿ ਸਿਮਰਨ ਇਸਤਰੀ ਦਾ ਕਰਨ ਦਿਆ। ਉਹ ਮਾਇਆ ਜ਼ਹਿਰ ਵਾ, ਉਹਦਾ ਸਿਮਰਨ ਕਰਨ ਦਾ ਫਿਰ ਉਹਨੂੰ ਜ਼ਹਿਰ ਵਾਲੀ ਜੂਨ ਮਿਲਣੀ ਜਿਹਦੇ ਮੂੰਹ ਵਿੱਚ ਜ਼ਹਿਰ ਵਾ। ਤੇ ਸਿਮਰਨ ਇਸਤਰੀ ਦਾ ਕਰਨ ਦਿਆ ਮਰਦ, ਤੇ ਉਹਨੂੰ ਜੂਨ ਮਿਲਣੀ ਫਿਰ ਵੇਸਵਾ ਦੀ। ਉਹ ਫਿਰ ਵੇਸਵਾ ਵਿੱਚ ਮਸ਼ਹੂਰ ਹੋਏਗੀ, ਉਹ ਗਣਕਾਂ ਬਣੇਗਾ ਮਰ ਕੇ। ਕਿਉਂ ਕਹਿੰਦਾ ਜਿਹਦਾ ਬਚਨ ਨਹੀਂ ਹੁੰਦਾ ਕਿ ਮਹਾਮਾਈ ਕੀ ਪੂਜਾ ਕਰੇ, ਨਰ ਸੇ ਨਾਰ ਹੋਏ ਉਤਰੇ। ਨਰ ਤੋਂ ਨਾਰ ਬਣ ਜਾਂਦਾ ਹੈ। ਤੋ ਅੰਤ ਕਾਲ ਇਸਤਰੀ ਸਿਮਰੇ ਫਿਰ ਵੇਸਵਾ ਬਣੇ, ਇਉਂ ਕਹਿ ਲਓ। ਅਗਲਾ ਬਚਨ ਸੀ ਕਿ ਅੰਤ ਕਾਲ ਜੋ ਲੜਕੇ ਸਿਮਰੇ, ਧੀਆਂ ਪੁੱਤਰਾਂ ਦੋਹਤਿਆਂ ਪੋਤਿਆਂ ਦਾ ਬੜਾ ਹੀ ਪਿਆਰ ਆ। ਬੁੱਢੇ ਬਾਰੇ ਬੜਾ ਇਕੱਠਾ ਹੋ ਜਾਂਦਾ ਲਾਣਾ, ਬੜਾ ਮੋਹ ਵੱਧਦਾ ਇਹਨਾਂ ਦੇ ਨਾਲ। ਤੇ ਹੋਣਾ ਕੀ ਆ ਫਿਰ? ਪਿਆਰ ਬੱਚਿਆਂ ਨਾਲ ਪਿਆ ਨਾ, ਬਹੁਤਿਆਂ ਨਾਲ ਪਿਆ ਵਾ। ਪੋਤਰੇ ਨੇ, ਦੋਤਰੇ ਨੇ, ਹਾਂਜੀ, ਬੜਿਆਂ ਨਾਲ ਪਿਆਰ ਪੈ ਗਿਆ। ਤੇ ਅੱਗੇ ਜਾ ਕੇ ਬੜੇ ਹੀ ਮਿਲਣੇ ਨੇ। ਜੇ ਪਿਆਰ ਬੜਿਆਂ ਨਾਲ ਪੈ ਗਿਆ ਤੇ ਬੜੇ ਹੀ ਮਿਲਣੇ ਨੇ। ਤੇ ਬੜੇ ਕਿਹਦੇ ਹੁੰਦੇ ਨੇ? ਸਭ ਤੋਂ ਵੱਧ ਬੱਚੇ ਉਹ ਸੂਰਨੀ ਦਿੰਦੀ ਹੈ, ਸੂਰ ਦਿੰਦਾ ਹੈ। 18 ਬੱਚੇ ਸੂਰਨੀ ਦੇ ਦਿੰਦੀ ਹੈ। ਸਾਹਿਬ ਕਹਿੰਦੇ ਸੂਕਰ ਜੋਨ ਵੱਲ ਵੱਲ ਉਤਰੇ। ਫਿਰ ਉਹ ਬੱਚਿਆਂ ਵਾਲੇ ਜਨਮ 'ਚ ਜਾਊਗਾ। ਸੂਰ 20 ਬੱਚੇ ਦੇ ਦਿੰਦਾ, 18। ਪੁਰਾਣੇ ਸਮੇਂ 'ਚ 18-20 ਪੋਤਰੇ ਦੋਤਰੇ ਤਾਂ ਹੁੰਦੇ ਹੀ ਸੀ। 20 ਕੁ ਤਾਂ ਉਹਨੇ ਕਿ ਮਿਲਣੇ ਨੇ ਅੱਗੇ। ਜੈਸਾ ਬੀਜੇ ਸੋ ਲੋਣੇ, ਕਰਮਾ ਸੰਧੜਾ ਖੇਤ। ਹਾਂਜੀ। ਤੇ ਅੰਤ ਕਾਲ ਜੋ ਮੰਦਰ ਸਿਮਰੈ, ਅਜੇ ਵੀ ਕੋਠੀਆਂ ਦੇ ਚੱਕਰ 'ਚ ਘੁੰਮੀ ਜਾਂਦਾ। ਅੰਤ ਸਮਾਂ ਨੇੜੇ ਆ ਗਿਆ ਤੇ ਅਜੇ ਵੀ ਕੋਠੇ ਪਾਈ ਜਾਂਦਾ। ਅੰਤ ਕਾਲ ਜੋ ਮੰਦਰ ਸਿਮਰੇ, ਮੰਦਰ ਕੋਠੇ, ਕੋਠੀਆਂ, ਇਹਦਾ ਚਿੰਤਨ ਵਾ। ਕੋਠੇ ਹੀ ਮਿਲਣੇ ਨੇ ਹੁਣ, ਕਿਉਂਕਿ ਚਿੰਤਨ ਕੋਠਿਆਂ ਦਾ ਵਾ। ਤੇ ਕੋਠੇ ਕਿੱਦਾਂ ਮਿਲਣਗੇ? ਪ੍ਰੇਤ ਜੂਨ ਵੱਲ ਵੱਲ ਆਓ ਤੁਰੇ। ਉਹਨੂੰ ਪ੍ਰੇਤ ਦੀ ਜੂਨ ਮਿਲਣੀ ਆ। ਤੇ ਪ੍ਰੇਤ ਜਿਹੜਾ ਫਿਰ ਖਾਲੀ ਖੰਡਰਾਂ ਵਿੱਚ, ਕੋਠਿਆਂ ਵਿੱਚ ਰਹਿੰਦੇ ਨੇ। ਕਿਉਂਕਿ ਅੰਤ ਕਾਲ ਜੋ ਮੰਦਰ ਸਿਮਰੇ, ਮੰਦਰ ਦਾ ਚਿੰਤਨ ਕੀਤਾ ਹੈ, ਫਿਰ ਮੰਦਰ ਹੀ ਮਿਲਣੇ। ਤੇ ਮੰਦਰ ਉਹ ਮਿਲਣੇ ਜਿਹੜੇ ਖੰਡਰ ਹੋ ਚੁੱਕੇ ਨੇ। ਬੜੇ ਬੜੇ ਕਿਲ੍ਹੇ ਖੰਡਰ ਨੇ, ਉੱਥੇ ਭੂਤ ਪ੍ਰੇਤ ਰਹਿੰਦੇ ਨੇ। ਵੱਡੇ ਵੱਡਿਆਂ ਕਿਲ੍ਹਿਆਂ ਦੇ ਵਿੱਚ ਜਿਹੜੀਆਂ ਕੋਠੀਆਂ ਉਜਾੜ 'ਚ ਬਣੀਆਂ ਨੇ ਜਾਂ ਉਜੜ ਗਏ ਮਹਿਲ ਨੇ, ਉੱਥੇ ਵੀ ਭੂਤ ਪ੍ਰੇਤ ਰਹਿੰਦੇ ਨੇ। ਉਹ ਪ੍ਰੇਤ ਦੀ ਜੂਨ ਕਿਉਂ ਮਿਲੀ ਹੈ? ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਤੇ ਪ੍ਰੇਤ ਜੂਨ ਵੱਲ ਵੱਲ ਔਤਰੈ। ਮਨੁੱਖਾ ਜਨਮ ਤਾਂ ਨਹੀਂ ਮਿਲਣਾ, ਪ੍ਰੇਤ ਦੀ ਜੂਨ ਮਿਲਣੀ। ਹੁਣ ਰਹਿ ਘਰਾਂ ਦੇ ਵਿੱਚ ਹੀ, ਫਿਰ ਇਹਨਾਂ ਖੰਡਰਾਂ ਵਿੱਚ ਰਹੇ ਹੋਣ ਤੋਂ ਕਈ ਵਾਰੀ ਤੇ ਪ੍ਰੇਤ ਜੂਨ ਬਣ ਕੇ ਬਹੁਤੇ ਤੇ ਆਪਣਿਆਂ ਨੂੰ ਸਤਾਉਣ ਲੱਗ ਪੈਂਦੇ ਨੇ, ਆਪਣੇ ਘਰਾਂ 'ਚ ਹੀ ਆ ਜਾਂਦੇ ਨੇ। ਇਹ ਆਮ ਹੋ ਰਿਹਾ ਹੁਣ ਤਾਂ। ਉਹ ਸਾਖੀ ਸੁਣੀ ਹੋਣੀ ਹੈ, ਜਿਹੜਾ ਹਜ਼ੂਰ ਸਾਹਿਬ ਜਦੋਂ ਲੰਗਰ ਵਰਤਾਉਣ ਦਾ ਟਾਈਮ ਹੁੰਦਾ ਤੇ ਆਪਣੇ ਆਪ ਉਹ ਡਰਮ ਜਿਹਾ, ਨਗਾਰਾ ਜਿਹਾ ਵੱਜਦਾ ਸੀ। ਬੰਦਾ ਨਹੀਂ ਕੋਈ ਵਜਾਉਂਦਾ ਉਹਨੂੰ। ਕੌਣ ਵਜਾਉਂਦਾ ਸੀ? ਕੋਈ ਰੂਹ ਸੀ। ਉਹ ਜਿਹੜੇ ਗੁਰਦੁਆਰੇ ਕੋਈ ਉੱਥੇ ਰਹਿਣ ਵਾਲੀ ਸੇਵਾ ਕਰਨ ਵਾਲੀ ਸੀ, ਉਹ ਮੁਕਤ ਨਹੀਂ ਹੋ ਸਕੀ, ਫਿਰ ਉੱਥੇ ਆ ਗਈ। ਜਿੱਦਾਂ ਹਜ਼ੂਰ ਸਾਹਿਬ ਕੁੱਤੇ ਵੀ ਨੇ 1-2,
ਉਹ ਮੁਕਤ ਨਹੀਂ ਹੋ ਸਕੇ। ਉਸ ਜੂਨ 'ਚ ਕੁੱਤੇ ਦੀ ਜੂਨ 'ਚ ਪੈ ਕੇ ਫਿਰ ਉੱਥੇ ਬਹਿ ਗਏ ਨੇ ਗੁਰੂ ਦੇ ਦਰ 'ਤੇ। ਚਲੋ ਫੇਰ ਵੀ ਚੰਗੇ ਨੇ, ਗੁਰੂ ਦੇ ਦਰ 'ਤੇ ਨਹੀਂ ਛੱਡਿਆ ਮਰ ਕੇ ਵੀ। ਇਸ ਕਰਕੇ ਮਹਾਰਾਜ ਕਬੀਰ ਭਗਤ ਨਾਮ ਜੀ ਕਿ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਣ ਵੱਲ ਵਾਲਿਆਓ ਤੁਰੈ। ਪ੍ਰੇਤ ਦੀ ਜੋੜ ਮਿਲਣੀ ਹੈ। ਤੇ ਅਖੀਰ ਤੇ ਫਿਰ ਭਗਤ ਜੀ ਨੇ ਕਿਹਾ ਸੀ ਕਿ ਅੰਤ ਕਾਲ ਨਾਰਾਇਣ ਸਿਮਰੈ, ਜਿਹਦਾ ਅੰਤ ਸਮਾਂ ਰੱਬ ਰੱਬ ਕਰਦਿਆਂ ਬਤੀਤ ਹੋ ਰਿਹਾ ਹੈ। ਜਿਹੜਾ ਅੰਤ ਕਾਲ ਤੇ ਰੱਬ ਨੂੰ ਯਾਦ ਕਰ ਰਿਹਾ, ਜਿਹੜਾ ਰੱਬੀ ਯਾਦ ਵਿੱਚ ਜੁੜ ਕੇ ਬੈਠਾ ਹੈ, ਫਿਰ ਕੀ ਹੋਣਾ? ਮੰਨੇ ਪਾਵੇ ਮੋਖ ਦੁਆਰ, ਉਹਨੂੰ ਮੁਕਤੀ ਮਿਲ ਜਾਣੀ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ। ਇਹ ਚਿੰਤਾ ਕਿਸੇ ਵਿਰਲੇ ਨੂੰ ਲੱਗਦੀ ਆ ਕਿ ਮੈਂ ਰੱਬ ਨੂੰ ਸਿਮਰਨਾ ਹੈ। ਕਹਿੰਦੇ ਚੇਤਾ ਹੀ ਤਾਂ ਚੇਤ ਸਹਿਬ ਸੱਚਾ ਸੋ ਧਣੀ। ਹੋਰ ਚਿੰਤਾ ਸਾਰੀ ਆ ਧਨ ਦੌਲਤ ਕਮਾਉਣ ਦੀ, ਮਹਿਲ ਮਾੜੀਆਂ ਪਾਉਣ ਦੀ, ਧੀਆਂ ਪੁੱਤਾਂ ਨੂੰ ਵਿਆਹੁਣ ਦੀ ਬੜੀ ਚਿੰਤਾ ਬੰਦੇ ਨੂੰ। ਪਰ ਇੱਕ ਚਿੰਤਾ ਨਹੀਂ ਕਿ ਮੈਂ ਇੱਥੇ ਆ ਕੇ ਰੱਬ ਨੂੰ ਧਿਆ ਕੇ ਮੰਨੇ ਪਾਵੇ ਮੋਖ ਦੁਆਰ ਤੱਕ ਵੀ ਜਾਣਾ ਵਾ। ਇਹਦੀ ਚਿੰਤਾ ਹੀ ਨਹੀਂ ਹੈ। ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਬੰਦਿਆ ਕਿੰਨਾ ਕੁ ਚਿਰ ਰਹਿਣਾ ਹੈ, ਇਹ ਛੱਡ ਜਾਣਾ ਹੈ, ਇਹਦਾ ਇੰਨਾ ਫਿਕਰ ਵਾ। ਤੇ ਜਿੱਥੇ ਸਦੀਵੀ ਰਹਿਣਾ ਹੈ ਉਹਦਾ ਮਾਸਾ ਜਿੰਨਾ ਫਿਕਰ ਨਹੀਂ ਆ, ਤਿਸ ਕੀ ਚਿੰਤਾ ਨਾ ਹੈ। ਇਹ ਤੇ ਕਿ ਵਿਰਲੇ ਭਾਗਾਂ ਵਾਲੇ ਦੇ ਅੰਦਰ ਚਿੰਤਾ ਜਾਗਦੀ ਕਿ ਮੈਂ ਰੱਬ ਨੂੰ ਜਪਣਾ ਹੈ, ਉਹਦੇ ਨਾਲ ਜੁੜਨਾ ਹੈ। ਐਸੀ ਚਿੰਤਾ ਮੈਂ ਜੇ ਮਰੇ, ਕੋਈ ਰੱਬ 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 ਕਰਦਿਆਂ ਮਰ ਗਿਆ ਹੈ। ਹੋਣਾ ਕੀ ਆ ਉਹਦਾ? ਅੰਤ ਕੀ ਹੋਣਾ ਹੈ? ਇੱਥੇ ਕੋਈ ਝੂਠੇ ਲਾਲਚ ਨਹੀਂ ਦਿੱਤੇ ਗਏ ਤੁਸੀਂ ਉੱਥੇ ਬਹਿਸਤ ਜਾਓਗੇ, ਹੂਰਾਂ ਮਿਲਣਗੀਆਂ, ਬੱਲੇ ਬੱਲੇ। ਨਹੀਂ ਨਹੀਂ, ਅੰਤ ਕਾਲ ਜੋ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਬਦਰ ਤਰਲੋਚਨ ਤੇ ਨਰ ਮੁਕਤਾ, ਮੰਨੇ ਪਾਵੇ ਮੋਖ ਦੁਆਰ ਮੁਕਤ। ਬਦਰ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂਕੇ ਹਿਰਦੇ ਵਸੇ। ਰੱਬ ਰੱਬ ਕਰਦਿਆਂ ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਰੱਬ ਵਸ ਗਿਆ ਨਾ, ਰੱਬ ਦਾ ਨਾਮ ਵਸ ਗਿਆ, ਉਹ ਮੁਕਤ ਹੋ ਗਿਆ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਨਹੀਂ ਵਸਿਆ, ਰੱਬ ਦਾ ਸਿਮਰਨ ਛੱਡ ਕੇ, ਜਿੱਥੋਂ ਸਾਡੀ ਗੱਲ ਅੱਜ ਆਰੰਭ ਹੋਈ, ਕਬੀਰ ਹਰ ਕਾ ਸਿਮਰਨ ਛੱਡਿਆ, ਉਹ ਫਿਰ ਉਧਰ ਨੂੰ ਜਾਣਗੇ ਜਿੱਧਰ ਨੂੰ ਉਹਨਾਂ ਦੀ ਆਸਾ ਵਾ। ਤੇ ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਨ ਬੰਧਨ ਤੋਰੇ। ਉਹ ਜੀਂਦਿਆਂ ਜੀ ਮੁਕਤ ਹੋ ਗਿਆ ਜਿਹਨੇ ਰੱਬ ਨੂੰ ਧਿਆ ਲਿਆ ਸੰਗਤ ਵਿੱਚ ਬੈਠ ਕੇ। ਜਿਹੜਾ ਨਹੀਂ ਧਿਆ ਸਕਿਆ ਉਹ ਫਿਰ ਜੋ ਜਿੱਦਾਂ ਦੀ ਉਹਦੀ ਅੰਦਰ ਦੀ ਦਸ਼ਾ ਸੀ, ਉੱਦਾਂ ਦਾ ਉਹਨੂੰ ਅਖੀਰ ਸਮਾਂ ਉਹਦਾ ਉਸ ਤਰ੍ਹਾਂ ਹੀ ਹੋਣਾ ਹੈ। ਇਸ ਕਰਕੇ ਸਾਹਿਬ ਕਹਿੰਦੇ ਰੀ ਬਾਈ ਬੜੇ ਪ੍ਰੇਮ ਨਾਲ ਸਮਝਾ ਰਹੇ ਭਗਤ ਤਰਲੋਚਨ ਜੀ। ਗੋਬਿੰਦ ਨਾਮ ਮਤ ਵਿਸਰੈ, ਗੋਬਿੰਦ ਨਾਮ ਮਤ ਵਿਸਰੈ। ਰੱਬ ਨੂੰ ਨਾ ਵਿਸਾਰੀ, ਨਾ 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 ਨਾ। ਤੇ ਜੇ ਵਿਸਾਰ ਦਿੱਤਾ, ਹਰ ਬਿਸਰਤ ਸਦਾ ਖੁਆਰੀ। ਇਸ ਧਰਤੀ ਉੱਤੇ ਤੇ ਖੁਆਰ ਹੋਣਾ ਹੀ ਹੋਣਾ ਹੈ। ਧਰਤੀ ਛੱਡਣ ਤੋਂ ਬਾਅਦਾਂ ਵੀ ਖੁਆਰੀ ਪੱਲੇ ਪੈਣੀ ਹੈ। ਹਰ ਬਿਸਰਤ ਸਦਾ ਖੁਆਰੀ, ਬਿਨ ਸਿਮਰਨ ਉਹਦੀ ਜਾਤ ਤੋਂ ਬਿਨਾਂ ਜੋ ਜੀਵਨ ਬਲਣਾ। ਜਿਹੜਾ ਸਾਡੇ ਕੋਲ ਜੀਵਨ, ਉਹਦੀ ਜਾਤ ਤੋਂ ਬਿਨਾਂ ਜਿਹੜਾ ਜੀਵਨ ਹੈ, ਸਰਪ ਜੈਸੇ ਅਰ ਜਾਰੀ, ਜ਼ਹਿਰ ਨਾ ਭਰਿਆ ਜੀਵਨ। ਜਿੱਦਾਂ ਮਾਇਆ ਧਾਰੀ ਜ਼ਹਿਰ ਨਾ ਭਰ ਜਾਂਦਾ ਹੈ ਤੇ ਜ਼ਹਿਰ ਵਾਲਾ ਜੀਵਨ ਮਿਲ ਜਾਂਦਾ ਹੈ। ਇਸ ਕਰਕੇ ਮੰਨੇ ਪਾਵੇ ਮੋਖ ਦੁਆਰ, ਰੱਬ ਦੇ ਨਾਮ ਨਾਲ ਹੀ ਮੁਕਤੀ ਮਿਲਣੀ ਹੈ।